बिस्मिल्लाहिर्रहमानिर्रहीम। अस्सलाम वालेकुम स्टूडेंट्स। ਅੱਜ ਅਸੀਂ ਰਡਾਰ ਕਹਾਣੀ ਬਾਰੇ ਇੱਕ ਤਾਰਫੀ ਲੈਕਚਰ ਦੇਵਾਂਗੇ, ਜਿਸ ਨੂੰ ਸੁਣ ਕੇ ਤੁਸੀਂ ਇਸ ਕਹਾਣੀ ਬਾਰੇ, ਇਸ ਮਜ਼ਮੂਨ ਬਾਰੇ ਜਿਹੜਾ ਕਿ ਲਿਆਜ਼ ਗੁੰਮਨ ਹੋਰਾਂ ਨੇ ਲਿਖਿਆ ਹੈ, ਉਹਦੇ ਬਾਰੇ ਤੁਹਾਨੂੰ ਮਾਲੂਮਾਤ ਹਾਸਿਲ ਹੋਣਗੀਆਂ ਕਿ ਕਿਸ ਤਰ੍ਹਾਂ ਲਿਆਜ਼ ਗੁੰਮਨ ਹੋਰਾਂ ਨੇ ਆਪਣੇ ਇਹ ਸਾਇੰਸੀ ਮਜ਼ਮੂਨ ਰਡਾਰ ਕਹਾਣੀ ਨੂੰ ਸਾਡੇ ਸਬਕ ਵਿੱਚ ਸ਼ਾਮਿਲ ਕੀਤਾ ਹੈ। ਪਿਛਲੇ ਸਬਕ ਵਿੱਚ ਅਸੀਂ ਇਸੇ ਹੀ ਕਹਾਣੀ ਦੇ ਰਾਈਟਰ ਲਿਆਜ਼ ਗੁੰਮਨ ਹੋਰਾਂ ਦੀ ਹਯਾਤੀ ਔਰ ਫਨ ਬਾਰੇ ਗੱਲ ਕੀਤੀ ਸੀ। ਹੁਣ ਅਸੀਂ ਇਹਨਾਂ ਦੇ ਲਿਖੇ ਹੋਏ ਮਜ਼ਮੂਨ, ਸਾਇੰਸੀ ਮਜ਼ਮੂਨ ਰਡਾਰ ਕਹਾਣੀ ਬਾਰੇ ਗੱਲ ਕਰਾਂਗੇ। ਰਡਾਰ ਕਹਾਣੀ ਬਾਰੇ ਗੱਲ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਇਸ ਮਜ਼ਮੂਨ ਵਿੱਚ ਲਿਖਾਰੀ ਲਿਆਜ਼ ਗੁੰਮਨ ਹੋਰਾਂ ਨੇ ਇਸ ਦੌਰ ਦੀ ਇੱਕ ਅਹਿਮ ਸਾਇੰਸੀ ਇਜਾਦ ਰਡਾਰ ਦੇ ਸਫ਼ਰ ਨੂੰ ਬਿਆਨ ਕੀਤਾ ਹੈ। ਉਹਨਾਂ ਇਹ ਸਫ਼ਰ ਰੇਡੀਓ ਲੋਕੇਸ਼ਨ ਸਿਸਟਮ ਤੋਂ ਸ਼ੁਰੂ ਕਰਕੇ ਰਡਾਰ ਬਣਨ ਦੇ ਦਿਨ ਤੱਕ ਆਪਣੀ ਇਸ ਕਹਾਣੀ ਨੂੰ ਖਿੱਚਿਆ ਹੈ ਅਤੇ ਮੌਜੂਦਾ ਦੌਰ ਵਿੱਚ ਇਸ ਦੀ ਅਹਿਮੀਅਤ ਨੂੰ ਬਿਆਨ ਕਰਨ ਦੇ ਨਾਲ ਨਾਲ ਰਡਾਰ ਦੀਆਂ ਬਹੁਤ ਸਾਰੀਆਂ ਖੂਬੀਆਂ ਤੋਂ ਵੀ ਸਾਨੂੰ ਮੁਤਾਰਫ ਕਰਵਾਇਆ ਹੈ। ਇਹ ਗੱਲ ਸ਼ੁਰੂ ਕੀਤੀ ਉਹਨਾਂ ਨੇ 20ਵੀਂ ਸਦੀ ਦੇ ਮਸ਼ਹੂਰ ਆਮਿਰ ਹਿਟਲਰ ਤੋਂ। ਹਿਟਲਰ ਜਰਮਨ ਦਾ ਆਮਿਰ ਸੀ ਔਰ ਉਸ ਨੇ ਜਰਮਨ ਨੂੰ ਇਹ ਗੱਲ ਜ਼ਿਹਨ ਨਸ਼ੀਨ ਕਰਵਾ ਦਿੱਤੀ ਸੀ ਕਿ ਜਰਮਨੀ ਦੁਨੀਆ ਦੀ ਸਭ ਤੋਂ ਵਧੀਆ ਕੌਮ ਨੇ ਅਤੇ ਦੁਨੀਆ ਉੱਤੇ ਹੁਕਮਰਾਨੀ ਕਰਨ ਦਾ ਹੱਕ ਸਿਰਫ ਜਰਮਨਾਂ ਨੂੰ ਹੈ, ਹੋਰ ਕਿਸੇ ਨੂੰ ਨਹੀਂ। ਉਹ ਅੰਗਰੇਜ਼ਾਂ ਨੂੰ ਵੀ ਕਿਸੇ ਕਾਬਿਲ ਨਹੀਂ ਸੀ ਸਮਝਦੇ, ਹਾਲਾਂਕਿ ਉਸ ਵੇਲੇ ਅੰਗਰੇਜ਼ ਅੱਧੀ ਦੁਨੀਆ 'ਤੇ ਹੁਕਮਰਾਨੀ ਕਰ ਰਿਹਾ ਸੀ। 1930 ਤੋਂ ਪਿੱਛੋਂ ਹੀ ਜਰਮਨੀ ਨੇ ਆਪਣੀਆਂ ਫੌਜਾਂ ਨੂੰ ਮੁਨਜ਼ਮ ਕਰਨਾ ਸ਼ੁਰੂ ਕਰ ਦਿੱਤਾ ਔਰ ਆਪਣੀ ਏਅਰ ਫੋਰਸ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਮੁਨਜ਼ਮ ਕਰ ਲਿਆ ਔਰ ਲੰਦਨ ਦੇ ਸ਼ਹਿਰ ਉੱਤੇ ਜਰਮਨ ਫੌਜਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਔਰ ਇਸ ਚੀਜ਼ ਨੇ ਅੰਗਰੇਜ਼ਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ। ਉਹ ਹਰ ਵੇਲੇ ਉਹਨਾਂ ਨੂੰ ਜਰਮਨ ਫੌਜਾਂ ਦੇ ਹਮਲੇ ਦਾ ਖਤਰਾ ਲੱਗਿਆ ਰਹਿੰਦਾ ਸੀ। ਉਹਨਾਂ ਨੇ ਬਹੁਤ ਜਲਦੀ ਹੀ ਅੰਗਰੇਜ਼ਾਂ ਨੇ 8 ਮਸ਼ੀਨ ਗੰਨਾਂ ਵਾਲੀਆਂ ਜ਼ਬਰਦਸਤ ਹਵਾਈ ਜਹਾਜ਼ ਬਣਾ ਲਏ, ਲੇਕਿਨ ਇਸ ਦੇ ਬਾਵਜੂਦ ਉਹਨਾਂ ਨੂੰ ਪਤਾ ਨਹੀਂ ਸੀ ਚੱਲਦਾ ਕਿ ਜਰਮਨ ਕਿਸ ਵੇਲੇ ਆ ਕੇ ਹਮਲਾ ਕਰ ਦਿੰਦੇ ਸਨ। ਇਸੇ ਲਈ ਅੰਗਰੇਜ਼ਾਂ ਇੱਕ ਅਜਿਹੀ ਸ਼ੈ ਦੀ ਜ਼ਰੂਰਤ ਮਹਿਸੂਸ ਕੀਤੀ ਜਿਹੜੀ ਮਸ਼ੀਨ ਉਹਨਾਂ ਨੂੰ ਜਰਮਨ ਫੌਜਾਂ ਦੇ ਹਮਲੇ ਤੋਂ ਪਹਿਲੇ ਹੀ ਉਹਨਾਂ ਦੀ ਖਬਰ ਦੇ ਦੇਵੇ। ਇਸ ਚੀਜ਼ ਦੀ ਬੁਨਿਆਦ ਰੱਖਣ ਲਈ ਬਰਤਾਨਵੀ ਸਾਇੰਸਦਾਨਾਂ ਨੇ ਡੈਥ ਰੇਜ਼ ਵਾਲੀ ਮਸ਼ੀਨ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੇ। ਫਿਰ 1935 ਵਿੱਚ ਸਾਇੰਸਦਾਨ ਸਰ ਵਾਟਸਨ ਵਾਟ ਇੱਕ ਅਜਿਹੀ ਮਸ਼ੀਨ ਬਣਾਉਣ ਵਿੱਚ ਇਤਫਾਕਨ ਕਾਮਯਾਬ ਹੋ ਗਿਆ ਜਿਹਦੀਆਂ ਸ਼ੁਆਵਾਂ ਕਿਸੇ ਵੀ ਸ਼ੈ ਨਾਲ ਟਕਰਾ ਕੇ ਵਾਪਸ ਆ ਜਾਂਦੀਆਂ ਸੀ ਔਰ ਉਹਦੇ ਉੱਪਰ ਕਿਸੇ ਵੀ ਸ਼ੈ ਦਾ, ਕਿਸੇ ਭੈੜੇ ਮੌਸਮ ਦਾ, ਅੰਧੇਰੇ ਦਾ, ਰੋਸ਼ਨੀ ਦਾ, ਕਿਸੇ ਚੀਜ਼ ਦਾ ਅਸਰ ਵੀ ਨਹੀਂ ਸੀ ਹੁੰਦਾ। ਰੇਡੀਓ ਲੋਕੇਸ਼ਨ ਸਿਸਟਮ ਦੇ ਨਾਂ ਨਾਲ ਇਹਦਾ ਨਾਮ ਰੱਖਿਆ ਗਿਆ ਔਰ ਇਹ ਜੰਗੀ ਲਿਹਾਜ਼ ਨਾਲ ਬੜੀ ਫਾਇਦੇਮੰਦ ਸੀ। ਇਸ ਲਈ ਅੰਗਰੇਜ਼ਾਂ ਛੇਤੀ ਆਪਣੀਆਂ ਬੰਦਰਗਾਹਾਂ ਦੇ ਨਾਲ ਇਸ ਚੇਨ ਨੂੰ ਚਲਾ ਦਿੱਤਾ ਔਰ 5 ਸਟੇਸ਼ਨ ਕਾਇਮ ਕਰ ਲਏ। ਦੂਸਰੀ ਆਲਮੀ ਜੰਗ ਛਿੜਦਿਆਂ ਹੀ ਇਹਨਾਂ ਸਟੇਸ਼ਨਾਂ ਦੀ ਤਾਦਾਦ ਵੀ ਉਹਨਾਂ ਨੇ ਵਧਾ ਦਿੱਤੀ। ਬਰਤਾਨੀਆ ਨੇ ਆਪਣੇ ਇਸ ਇਬਤਦਾਈ ਰਡਾਰ ਸਿਸਟਮ ਨੂੰ ਬੜੀ ਰਾਜ਼ਦਾਰੀ ਦੇ ਨਾਲ ਇੱਕ ਖਤਰਨਾਕ ਜੰਗੀ ਹਥਿਆਰ ਦੇ ਤੌਰ 'ਤੇ ਵਰਤਿਆ। ਇਸ ਰਡਾਰ ਸਿਸਟਮ ਦੀ ਵਜ੍ਹਾ ਤੋਂ ਹੀ ਬਰਤਾਨੀਆ ਨੂੰ ਜਰਮਨ ਜਹਾਜ਼ਾਂ ਦੇ ਉੱਡਣ ਦੇ ਨਾਲ ਹੀ ਉਹਨਾਂ ਦੇ ਆਮਨ ਦਾ ਪਤਾ ਲੱਗ ਜਾਂਦਾ ਸੀ ਔਰ ਬਰਤਾਨੀਆ ਦੇ ਏਅਰ ਫੋਰਸ ਇਹਨਾਂ ਹਮਲਾਵਰਾਂ ਨੂੰ ਰਾਹ ਵਿੱਚ ਹੀ ਡੱਕ ਕੇ ਤਬਾਹ ਕਰ ਦਿੰਦੇ ਸਨ। ਜਰਮਨ ਇਹਨਾਂ ਹਮਲਿਆਂ ਤੋਂ ਬਹੁਤ ਪਰੇਸ਼ਾਨ ਸੀ ਕਿ ਉਹਨਾਂ ਦੇ ਖੁਫੀਆ ਹਮਲਿਆਂ ਦੀ ਮੁਖਬਰੀ ਕੌਣ ਕਰਦਾ ਹੈ, ਅਤੇ ਦੂਜੇ ਪਾਸੇ ਅੰਗਰੇਜ਼ਾਂ ਨੇ ਰੇਡੀਓ ਲੋਕੇਸ਼ਨ ਸਿਸਟਮ ਰਾਹੀਂ ਸਮੁੰਦਰ ਵਿੱਚ ਖਲੋਤੇ ਜਰਮਨ ਜਹਾਜ਼ ਲੱਭ ਕੇ ਤਬਾਹ ਵੀ ਕਰ ਦਿੱਤੇ। ਬਰਤਾਨਵੀ ਬੰਬਾਰ ਤਿਆਰੇ ਜਰਮਨੀ ਦੇ ਫੌਜੀ ਠਿਕਾਣੇ
और उन्हां दियां असलहा बनाने वालियां फैक्ट्रियां ते शहर तबाह कर रहे सन। और मुहक्किकां दे नज़दीक इत्तेहादियां दे जंग जितन विच रडार दी वेले सिर इजाद का बहुत बड़ा हत्थ है। तारीखी ते साइंसी हवाले नाल देखिए तो पता लगता है कि रडार दुनिया के साइंसदानां ने सालां दी मेहनत नाल इजाद किया। सब तो पहला 1831 विच जेम्स क्लैरिक मैक्सवैल ने साबित किया सी कि रेडियो लहरां रोशनी की रफ्तार नाल टुरदियां ने ते राह विच आवन वाली हर शै नाल टकरा के वापस आंदियां ने। उस तो बाद 1888 विच रिचर्ड्स हटन्स ने साबित किया कि मसनूई रेडियो लहरां पैदा कीतियां जा सकदियां ने। और 1995 विच मारकोनी ताकतवर रेडियो लहरां बनावन विच कामयाब हो गया और इन्हां लहरां दे सिग्नल 2000 मील लम्मे बहरिया ओकियानूस नूं भी पार करके अमेरिका तक पहुँच गए। मारकोनी ने पेशीनगोई की सी कि किसी दिन रेडियो लहरां मीलों दूर दियां शैवां की मौजूदगी भी देणगियां। 1925 विच मारकोनी रेडियो लहरां नशर करन विच कामयाब हो गया। जवाब विच उन्हें फज़ा उत्ते मौजूद ओजोन की हिफाजती पट्टी की ऊंचाई नापी, पर उस वेले दे साइंसदानां नूं अंदाज़ा भी नहीं सी कि रडार नूं एक खतरनाक जंगी हथियार भी बनाया जा सकता है। रेडियो लोकेशन लहरां नूं जंगी मकासद लई वरतन लई इब्तदा अंग्रेज़ां कीती, पर उन्हां इहदी तकनीकी जानकारी शुरू विच ही अमेरिका नूं दे दित्ती सी। अमरीकी साइंसदानां इहदे ते मेहनत करके इनू जासूसी का खतरनाक तरीन आला बना दिता ते इहदा नाम रडार रखिया। अजान का वक्फ है बेटे, इस तो बाद बाकी का लैक्चर असी करते हैं। हाँ जी, असी गल कर रहे सी रेडियो लोकेशन लहरां दी कि जिन्हें अंग्रेज़ां ने इस ते बड़ा काम किया और शुरू विच ही इस रेडियो लोकेशन सिस्टम की जिहड़ी जानकारी सी वो अमेरिका नूं दे दित्ती गई और ये एक बड़ा ख़तरनाक और ताकतवर जासूसी आला बन गया। और अमेरिका वालियां ने इहदे विच इन्ना क काम किया कि इहदा नाम ही उन्होंने बदल के रडार फिर इहदा नाम रख दिता गया। और यह रडार जिहड़ा है ये साडा अज दे दौर की एक बेहतरीन ईजाद है। ये बेशुमार फ़ायदे उन्होंने दसे ने जिन्हां विचों असीं चंद एक तुहानूं दसदे हां। सब तो पहले तो दुश्मन के हमले का पता लाने लई इहनूं इस्तेमाल किया जाता है। दूसरा, हर मुल्क की इलाकाई दिफा का लाजमी हिस्सा ये बन गया है और ये नाल नाल आम जिंदगी की भी जरूरत बन गया है। रडार दुश्मनों के हवाई जहाज़ों ते मिज़ाइलों की वार्निंग तो अड हज़ारां मील ते तरदे बहरी जहाज़ों भी खतरे तो आगाह करता है। मौसम बारे सानू जानकारी फ्राहम करता है और
ਫਿਰ ਪਹਾੜਾਂ ਤੇ ਵਾਦੀਆਂ ਵਿੱਚ ਮੌਜੂਦ ਫੌਜੀਆਂ ਬਾਰੇ ਇਤਲਾਹ ਦਿੰਦਾ ਹੈ। ਲੜਾਕਾ ਤਿਆਰੀਆਂ ਨੂੰ ਸਹੀ ਵੇਲੇ ਬੰਬਾਰੀ ਕਰਨ ਵਿੱਚ ਮਦਦ ਦਿੰਦਾ ਹੈ। ਇਹਨੇ ਸ਼ਹਿਰੀ ਹਵਾਬਾਜ਼ੀ ਦੇ ਸ਼ੋਬੇ ਵਿੱਚ ਆਸਾਨੀਆਂ ਪੈਦਾ ਕੀਤੀਆਂ ਨੇ। ਖਰਾਬ ਮੌਸਮ ਵਿੱਚ ਬਹਿਰੀ ਤੇ ਹਵਾਈ ਜਹਾਜ਼ਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਰਡਾਰ ਇਸਤੇਮਾਲ ਹੁੰਦਾ ਹੈ। ਬਹਿਰੀ ਜਹਾਜ਼ਾਂ ਨੂੰ ਸਾਹਿਲ ਤੱਕ ਅਪੜਾਉਣ ਵਿੱਚ ਵੀ ਇਹੋ ਹੀ ਮਦਦ ਦਿੰਦਾ ਹੈ। ਮਹਿਕਮਾ ਮੌਸਮੀਆਤ ਵਾਲੇ ਇਹਦੇ ਰਾਹੀਂ ਮੌਸਮ ਦਾ ਗਵੇੜ ਲਾਉਂਦੇ ਨੇ ਔਰ ਸਾਨੂੰ ਆਉਣ ਵਾਲੇ ਮੌਸਮ ਦੀ ਖਬਰ ਦਿੰਦੇ ਨੇ। ਔਰ ਫਿਰ ਖਲਾ ਦੇ ਵਿੱਚ ਜਿੰਨੀ ਵੀ ਤਰੱਕੀ ਹੋਈ ਹੈ, ਰੌਕਟ ਤੇ ਖਲਾਈ ਸਟੇਸ਼ਨ ਥੱਲੇ ਜਾਂਦੇ ਨੇ, ਉਹ ਸਭ ਇਹਦੀ ਵਜ੍ਹਾ ਤੋਂ ਹੀ ਮੁਮਕਿਨ ਹੋਇਆ ਹੈ। ਚੰਨ ਉੱਤੇ ਅਮਰੀਕੀ ਇਹਦੀ ਮਦਦ ਨਾਲ ਪਹੁੰਚੇ ਔਰ ਵੇਲੇ ਦੇ ਨਾਲ ਨਾਲ ਅਸੀਂ ਵੇਖਦੇ ਹਾਂ ਕਿ ਇਹਦੀ ਜਿਹੜੀ ਖੂਬੀਆਂ ਨੇ ਉਹ ਵੀ बढ़ਦੀਆਂ ਚਲੀਆਂ ਜਾ ਰਹੀਆਂ ਨੇ। ਇੱਥੇ ਸਾਡਾ ਇਹ ਸਬਕ ਖ਼ਤਮ ਹੋ ਜਾਂਦਾ ਹੈ ਔਰ ਅਸੀਂ ਵੇਖਦੇ ਹਾਂ ਕਿ ਲਿਖਾਰੀ ਨੇ ਇਸ ਸਬਕ ਵਿੱਚ ਸਾਨੂੰ ਰਡਾਰ ਦੀ ਬਾਰੇ ਮੁਕੰਮਲ ਮਾਲੂਮਾਤ ਹੀ ਨਹੀਂ ਦਿੱਤੀਆਂ, ਬਲਕਿ ਸਾਨੂੰ ਉਹਦੇ ਫ਼ਾਇਦੇ ਔਰ ਉਹਦੇ ਗੁਣ ਵੀ ਦੱਸੇ ਨੇ ਕਿ ਇਹ ਸਾਡੀ ਮਾਸ਼ਰਤੀ ਜ਼ਿੰਦਗੀ ਵਿੱਚ ਕਿੱਥੋਂ ਤੱਕ ਫ਼ਾਇਦਾਮੰਦ ਹੈ। ਇਸ ਨੂੰ ਸ਼ੁਰੂ ਬਰਤਾਨਵੀ ਸਾਇੰਸਦਾਨਾਂ ਨੇ ਕੀਤਾ ਸੀ, ਲੇਕਿਨ ਇਸ ਨੂੰ ਅਰੂਜ ਤੱਕ ਅਮਰੀਕੀ ਸਾਇੰਸਦਾਨਾਂ ਨੇ ਪਹੁੰਚਾਇਆ ਔਰ ਕੁਝ ਮਹੀਨਿਆਂ ਵਿੱਚ ਹੀ ਬਰਤਾਨੀਆ ਦਾ ਜਿਹੜਾ ਰੇਡੀਓ ਲੋਕੇਸ਼ਨ ਸਿਸਟਮ ਸੀ, ਜਿਹੜਾ ਦਾ ਇਬਤਦਾਈ ਨਾਮ ਸੀ, ਉਹ ਦੁਨੀਆ ਦਾ ਸਭ ਤੋਂ ਤਾਕਤਵਰ ਜਾਸੂਸੀ ਆਲਾ ਬਣ ਗਿਆ ਔਰ ਅਮਰੀਕਾ ਨੇ ਇਸ ਨੂੰ ਫਿਰ ਬਿਲਕੁਲ ਇੱਕ ਨਵੀਂ ਸ਼ੈ ਵਿੱਚ ਬਦਲ ਦਿੱਤਾ ਔਰ ਇਹਦਾ ਨਾਮ ਰਡਾਰ ਰੱਖਿਆ, ਜਿਹੜਾ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਇਹੋ ਹੀ ਨਾਮ ਇਸਤੇਮਾਲ ਕੀਤਾ ਜਾ ਰਿਹਾ ਹੈ। ਇਲਿਆਸ ਗੁੰਮਨ ਹੋਰਾਂ ਦੀ ਹਯਾਤੀ ਬਾਰੇ ਜਦੋਂ ਅਸੀਂ ਗੱਲ ਕੀਤੀ ਸੀ ਤੇ ਅਸੀਂ ਗੱਲ ਕੀਤੀ ਸੀ ਕਿ ਉਹ ਸਾਇੰਸੀ ਹਵਾਲੇ ਨਾਲ ਪੰਜਾਬੀ ਜ਼ੁਬਾਨ ਵਿੱਚ ਉਹਨਾਂ ਦਾ ਬੜਾ ਕੰਮ ਹੈ ਔਰ ਜਦੋਂ ਅਸੀਂ ਉਹਨਾਂ ਦਾ ਇਹ ਸਬਕ ਪੜ੍ਹਦੇ ਹਾਂ ਤਾਂ ਇਹ ਗੱਲ ਨਿੱਤਰ ਕੇ ਸਾਹਮਣੇ ਆ ਜਾਂਦੀ ਹੈ ਕਿ ਉਹ ਵਾਕਈ ਸਾਇੰਸੀ ਹਵਾਲੇ ਦੇ ਨਾਲ ਉਹਨਾਂ ਨੇ ਪੰਜਾਬੀ ਜ਼ੁਬਾਨ ਦੇ ਵਿੱਚ ਬੜਾ ਸੋਹਣਾ ਕੰਮ ਕੀਤਾ ਹੈ। ਇਹ ਮਜ਼ਮੂਨ ਜਿਹੜਾ ਸਾਇੰਸੀ ਮਜ਼ਮੂਨ ਜਿਹੜਾ ਅਸੀਂ ਪੜ੍ਹਿਆ ਰਡਾਰ ਕਹਾਣੀ, ਇਸ ਕਹਾਣੀ ਵਿੱਚ ਉਹਨਾਂ ਨੇ ਸਾਨੂੰ ਮੁਖਤਸਰ ਤਰੀਨ 2-4 ਸਫ਼ਿਆਂ ਦੇ ਵਿੱਚ ਹੀ ਰਡਾਰ ਜਿਹੜਾ ਕਿ ਇੱਕ ਬਹੁਤ ਬੜਾ ਸਾਇੰਸੀ ਆਲਾ ਹੈ, ਜਿਹੜਾ ਮੁਖਤਲਿਫ ਡਿਪਾਰਟਮੈਂਟਸ ਦੇ ਵਿੱਚ ਮੁਖਤਲਿਫ ਹਵਾਲਿਆਂ ਦੇ ਨਾਲ ਇਸਤੇਮਾਲ ਹੁੰਦਾ ਹੈ, ਉਹਦੇ ਫ਼ਾਇਦਿਆਂ ਬਾਰੇ ਗੱਲ ਕੀਤੀ ਹੈ, ਉਹਦੀ ਤਾਰੀਖ ਸਾਨੂੰ ਪੂਰੀ ਖੋਲ੍ਹ ਕੇ ਦੱਸ ਦਿੱਤੀ ਹੈ। ਔਰ ਅੱਜ ਦੇ ਦੌਰ ਦਾ ਤਾਲਿਬ ਇਲਮ ਜਦੋਂ ਇਸ ਮਜ਼ਮੂਨ ਨੂੰ, ਇਸ ਕਹਾਣੀ ਨੂੰ ਪੜ੍ਹਦਾ ਹੈ ਤੇ ਉਹ ਇਹਦੀ ਰਡਾਰ ਦੀ ਤਾਰੀਖ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਹਿਟਲਰ ਨੇ ਜਿਹੜੀ ਲੜਾਈ ਸ਼ੁਰੂ ਕੀਤੀ, ਉਸ ਲੜਾਈ ਦੇ ਨਤੀਜੇ ਵਿੱਚ ਰਡਾਰ ਦੀ ਇਜਾਦ ਨੇ ਦੁਨੀਆ ਦੇ ਨਾਲ ਕਿੰਨਾ ਜ਼ਿਆਦਾ ਫ਼ਾਇਦੇਮੰਦ ਕੰਮ ਕੀਤਾ, ਇਨਸਾਨ ਨੂੰ ਇਸ ਦੀ ਇਜਾਦ ਨਾਲ ਕਿੰਨੇ ਫ਼ਾਇਦੇ ਹਾਸਿਲ ਹੋਏ। ਅਸੀਂ ਅਗਲੇ ਸਬਕ ਦੇ ਵਿੱਚ ਆਪਣੇ ਇਸ ਸਬਕ ਦੇ ਇੰਪੋਰਟੈਂਟ ਸ਼ਾਰਟ ਕੁਐਸਚਨਸ ਕਰਾਂਗੇ ਔਰ ਉਹਨਾਂ ਦੇ ਉੱਪਰ ਮੈਂ ਤੁਹਾਨੂੰ ਕੁਛ ਇਸੇ ਸਬਕ ਬਾਰੇ ਸਵਾਲ ਲਿਖਵਾ ਦਾਂਗੀ ਜਿਹੜੇ ਕਿ ਐਗਜ਼ਾਮਸ ਦੇ ਵਿੱਚ ਆਉਂਦੇ ਨੇ ਇਸ ਕਹਾਣੀ ਦੇ ਅਹਿਮੀਅਤ ਦੇ ਹਵਾਲੇ ਨਾਲ।